ਮੇਰੀ ਭੈਣ ਜਵਾਨ ਸੀ ਤੇ ਮਾਂ ਦੇ ਨਾਲ ਪਿੰਡ 'ਚ ਰਹਿੰਦੀ ਸੀ। ਪਰ ਇੱਕ ਦਿਨ ਅਚਾਨਕ ਮੇਰੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਤੇ ਮੇਰੀ ਭੈਣ ਇਕੱਲੀ ਰਹਿ ਗਈ। ਕਿਉਂਕਿ ਮੇਰੇ ਡੈਡੀ ਜੀ ਵੀ ਬਹੁਤ ਪਹਿਲਾਂ ਹੀ ਗੁਜ਼ਰ ਚੁੱਕੇ ਸੀ, ਇਸ ਕਰਕੇ ਮਜਬੂਰਨ ਮੈਨੂੰ ਆਪਣੀ ਭੈਣ ਨੂੰ ਆਪਣੇ ਕੋਲ ਲਿਆਉਣਾ ਪਿਆ। ਮੇਰੇ ਹਸਬੈਂਡ ਮੈਨੂੰ ਬਹੁਤ ਪਿਆਰ ਕਰਦੇ ਸੀ, ਉਹਨਾਂ ਨੂੰ ਮੇਰੀ ਭੈਣ ਦੇ ਆਉਣ ਨਾਲ ਕੋਈ ਪਰੇਸ਼ਾਨੀ ਨਹੀਂ ਸੀ। ਪਰ ਜਦੋਂ ਦੀ ਮੇਰੀ ਭੈਣ ਆਈ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਮੈਨੂੰ ਰਾਤ ਨੂੰ ਬਹੁਤ ਵਧੀਆ ਨੀਂਦ ਆਉਂਦੀ ਤੇ ਜਦੋਂ ਮੈਂ ਸੌਂ ਕੇ ਉੱਠਦੀ ਤਾਂ ਦੇਖਦੀ ਕਿ ਮੇਰੀ ਭੈਣ ਰੋ ਰਹੀ ਹੁੰਦੀ। ਜਦੋਂ ਮੈਂ ਉਹਨੂੰ ਉਹਦੇ ਰੋਣ ਦਾ ਕਾਰਨ ਪੁੱਛਦੀ ਤਾਂ ਉਹ ਕਹਿੰਦੀ, ਦੀਦੀ ਮੇਰੇ ਪੇਟ ਵਿੱਚ ਬਹੁਤ ਤੇਜ਼ ਦਰਦ ਹੁੰਦਾ ਹੈ। ਇਹ ਸਿਲਸਿਲਾ ਹੁਣ ਰੋਜ਼ ਹੀ ਚੱਲਣ ਲੱਗ ਪਿਆ ਸੀ। ਇੱਕ ਰਾਤ ਮੈਂ ਨਾ ਹੀ ਰੋਟੀ ਖਾਧੀ ਤੇ ਨਾ ਹੀ ਦੁੱਧ ਪੀਤਾ। ਮੈਂ ਰੋਟੀ ਤੇ ਦੁੱਧ ਲੁਕੋ ਕੇ ਰੱਖ ਦਿੱਤਾ ਸੀ ਤੇ ਆਪਣੀ ਭੈਣ ਤੇ ਘਰ ਵਾਲੇ ਨੂੰ ਝੂਠ ਬੋਲ ਦਿੱਤਾ ਕਿ ਮੈਂ ਰੋਟੀ ਖਾ ਲਈ ਹੈ ਅਤੇ ਦੁੱਧ ਵੀ ਪੀ ਲਿਆ ਏ। ਉਸ ਰਾਤ ਮੈਂ ਮਹਿਸੂਸ ਕੀਤਾ ਕਿ ਮੈਨੂੰ ਇੰਨੀ ਗਹਿਰੀ ਨੀਂਦ ਨਹੀਂ ਆਈ, ਪਰ ਨੀਂਦ ਆਉਣ ਦਾ ਝੂਠਾ ਬਹਾਨਾ ਬਣਾ ਕੇ ਮੈਂ ਅੱਖਾਂ ਬੰਦ ਕਰਕੇ ਸੌਂ ਗਈ। ਮੈਂ ਗਹਿਰੀ ਨੀਂਦ ਵਿੱਚ ਨਹੀਂ ਸੁੱਤੀ ਸੀ। ਮੈਂ ਦੇਖਿਆ ਕਿ ਮੇਰਾ ਘਰ ਵਾਲਾ ਸੁਖਰਾਜ ਰਾਤ ਦੇ 8 ਵਜੇ ਕਮਰੇ ਤੋਂ ਬਾਹਰ ਗਿਆ। ਉਹਦੇ ਨਿਕਲਣ ਤੋਂ ਕੁਝ ਦੇਰ ਬਾਅਦ ਮੈਂ ਵੀ ਆਪਣੇ ਕਮਰੇ ਤੋਂ ਬਾਹਰ ਨਿਕਲੀ। ਮੈਂ ਮਹਿਸੂਸ ਕੀਤਾ ਕਿ ਮੇਰਾ ਘਰ ਵਾਲਾ ਮੇਰੀ ਭੈਣ ਪ੍ਰੀਤੀ ਦੇ ਕਮਰੇ 'ਚ ਹੈ ਤੇ ਉਹਨਾਂ ਦੋਵਾਂ ਵਿੱਚ ਕੋਈ ਗੱਲ ਚੱਲ ਰਹੀ ਸੀ। ਮੈਂ ਪ੍ਰੀਤੀ ਦੇ ਕਮਰੇ ਤੱਕ ਗਈ ਤੇ ਅਚਾਨਕ ਕਮਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ, ਪਰ ਜੋ ਮੈਂ ਉੱਥੇ ਆਪਣੀਆਂ ਅੱਖਾਂ ਨਾਲ ਦੇਖਿਆ, ਉਹਨੂੰ ਦੇਖ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਇਹ ਸਭ ਕੁਝ ਦੇਖ ਕੇ ਮੈਂ ਆਪਣੇ ਮੂੰਹ ਤੇ ਹੱਥ ਰੱਖ ਲਿਆ। ਸਾਹਮਣੇ ਪ੍ਰੀਤੀ ਬਿਨਾਂ ਚੁੰਨੀ ਤੇ ਖੜੀ ਸੀ ਤੇ ਸੁਖਰਾਜ ਉਹਦੇ ਕੋਲੇ ਖੜਾ ਸੀ। ਪਰ ਜਦੋਂ ਸੁਖਰਾਜ ਨੇ ਮੈਨੂੰ ਦੇਖਿਆ ਤਾਂ ਉਹ ਮੇਰੇ ਕੋਲ ਆ ਗਿਆ ਤੇ ਮੈਨੂੰ ਕਹਿਣ ਲੱਗਾ, ਮੈਂ ਪਾਣੀ ਪੀਣ ਕਮਰੇ ਤੋਂ ਬਾਹਰ ਆਇਆ ਸੀ ਤਾਂ ਮੈਂ ਪ੍ਰੀਤੀ ਦੇ ਚੀਕਣ ਦੀ ਆਵਾਜ਼ ਸੁਣੀ ਤੇ ਅਚਾਨਕ ਉਹਦੇ ਕਮਰੇ ਵਿੱਚ ਗਿਆ ਤਾਂ ਦੇਖਿਆ ਉਹਦੀ ਚੁੰਨੀ ਉੱਤੇ ਛਿਪਕਲੀ ਸੀ। ਇਸ ਕਰਕੇ ਮੈਂ ਉਹਦੀ ਚੁੰਨੀ ਲਾ ਕੇ ਦੂਰ ਸੁੱਟ ਦਿੱਤੀ ਅਤੇ ਨਾਲ ਹੀ ਤੂੰ ਇੱਥੇ ਆ ਗਈ। ਸੁਖਰਾਜ ਦੇ ਮੂੰਹ ਤੋਂ ਇਹ ਗੱਲਾਂ ਸੁਣਨ ਤੋਂ ਬਾਅਦ ਮੈਂ ਪ੍ਰੀਤੀ ਵੱਲ ਵੇਖਿਆ ਤੇ ਉਹ ਹਜੇ ਵੀ ਡਰੀ ਸਹਿਮੀ ਸੀ। ਮੈਂ ਭੱਜ ਕੇ ਉਹਦੇ ਕੋਲ ਗਈ। ਉਹ ਮੇਰੇ ਗਲ ਲੱਗ ਕੇ ਉੱਚੀ ਉੱਚੀ ਰੋਣ ਲੱਗੀ। ਮੈਂ ਮਹਿਸੂਸ ਕੀਤਾ ਕਿ ਉਹਦੇ ਦਿਲ ਦੀ ਧੜਕਣ ਤੇਜ਼ ਚੱਲ ਰਹੀ ਸੀ। ਮੈਂ ਉਹਨੂੰ ਸਮਝਾਉਂਦੇ ਹੋਏ ਕਿਹਾ ਕਿ ਪਾਗਲ, ਇੱਕ ਛਿਪਕਲੀ ਹੀ ਸੀ, ਤੂੰ ਇੰਨਾ ਕਿਉਂ ਰੋ ਰਹੀ ਹੈ। ਉਹਦੇ ਮੂੰਹ ਤੋਂ ਆਵਾਜ਼ ਤੱਕ ਨਹੀਂ ਨਿਕਲ ਰਹੀ ਸੀ। ਉਹਦਾ ਰੋਣਾ ਦੇਖ ਕੇ ਮੈਂ ਉਹਨੂੰ ਆਪਣੇ ਕੋਲ ਸਵਾ ਲਿਆ। ਇਸੇ ਤਰ੍ਹਾਂ ਰਾਤ ਲੰਘੀ, ਪਰ ਸਵੇਰੇ ਉੱਠਦੇ ਹੀ ਉਹ ਮੈਨੂੰ ਕਹਿਣ ਲੱਗੀ, ਦੀਦੀ ਮੈਨੂੰ ਇੱਥੇ ਚੰਗਾ ਨਹੀਂ ਲੱਗਦਾ, ਮੈਂ ਪਿੰਡ ਜਾਣਾ ਚਾਹੁੰਦੀ ਹਾਂ, ਭਾਵੇਂ ਮੈਂ ਕੱਲ੍ਹ ਹੀ ਰਹਾਂ ਪਰ ਮੈਨੂੰ ਅੱਜ ਭੇਜ ਦਿਓ। ਉਹਦੀਆਂ ਇਹ ਸਾਰੀਆਂ ਗੱਲਾਂ ਮੈਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ, ਕਿਉਂਕਿ ਉਹ ਤਾਂ ਬਹੁਤ ਖੁਸ਼ ਹੋ ਕੇ ਮੇਰੇ ਕੋਲ ਆਈ ਸੀ। ਪਰ ਇਹ ਅਚਾਨਕ ਹੁਣ ਕੀ ਹੋ ਗਿਆ ਸੀ। ਇਹ ਗੱਲ ਮੈਂ ਆਪਣੇ ਘਰ ਵਾਲੇ ਸੁਖਰਾਜ ਨੂੰ ਦੱਸੀ ਕਿ ਪ੍ਰੀਤੀ ਦਾ ਦਿਲ ਨਹੀਂ ਲੱਗ ਰਿਹਾ, ਉਹ ਪਿੰਡ ਜਾਣਾ ਚਾਹੁੰਦੀ ਹੈ। ਤਾਂ ਸੁਖਰਾਜ ਕਹਿਣ ਲੱਗੇ ਕਿ ਹੁਣ ਇਹਦੇ ਵਿੱਚ ਮੈਂ ਕੀ ਕਰ ਸਕਦਾ ਹਾਂ, ਤੈਨੂੰ ਜਿਵੇਂ ਠੀਕ ਲੱਗਦਾ ਹੈ ਉਵੇਂ ਕਰ ਲਾ, ਪਰ ਪਿੰਡ ਵਿੱਚ ਉਹ ਇਕੱਲੀ ਰਹੇਗੀ ਤੇ ਜੇ ਕੋਈ ਊਚ ਨੀਚ ਹੋ ਗਈ ਤੇ ਫੇਰ। ਸੁਖਰਾਜ ਦੀਆਂ ਗੱਲਾਂ ਮੈਨੂੰ ਸਹੀ ਲੱਗ ਰਹੀਆਂ ਸੀ। ਸੁਖਰਾਜ ਨੇ ਕਿਹਾ ਕਿ ਆਪਾਂ ਪ੍ਰੀਤੀ ਦਾ ਦਾਖਲਾ ਕਾਲਜ ਵਿੱਚ ਕਰਵਾ ਦਿੰਦੇ ਹਾਂ, ਉਹ ਪੜ੍ਹਨ ਜਾਏਗੀ ਤਾਂ ਉਹਦਾ ਦਿਲ ਆਪੇ ਲੱਗ ਜਾਏਗਾ। ਮੈਂ ਪ੍ਰੀਤੀ ਨੂੰ ਪਿੰਡ ਵਿੱਚ ਇਕੱਲੀ ਨਹੀਂ ਛੱਡਣਾ ਚਾਹੁੰਦੀ ਸੀ, ਇਸ ਕਰਕੇ ਮਜਬੂਰਨ ਮੈਨੂੰ ਸੁਖਰਾਜ ਦੀ ਗੱਲ ਮੰਨਣੀ ਪਈ ਤੇ ਅਗਲੇ ਦਿਨ ਪ੍ਰੀਤੀ ਨੂੰ ਮੈਂ ਸੁਖਰਾਜ ਦੇ ਨਾਲ ਕਾਲਜ ਵਿੱਚ ਐਡਮਿਸ਼ਨ ਵਾਸਤੇ ਭੇਜ ਦਿੱਤਾ। ਪਰ ਜਦੋਂ ਪ੍ਰੀਤੀ ਆਈ ਤਾਂ ਉਹ ਬਹੁਤ ਖੁਸ਼ ਸੀ। ਉਸ ਦੇ ਹੱਥ ਵਿੱਚ ਸ਼ਾਪਿੰਗ ਬੈਗ ਵੀ ਸੀ। ਉਹ ਮੇਰੇ ਗਲ ਲੱਗ ਗਈ ਤੇ ਕਹਿਣ ਲੱਗੀ, ਦੀਦੀ ਸ਼ਾਪਿੰਗ ਕਰਕੇ ਅੱਜ ਮੈਨੂੰ ਬਹੁਤ ਵਧੀਆ ਲੱਗਾ, ਮੇਰਾ ਮੂਡ ਵੀ ਫਰੈਸ਼ ਹੋ ਗਿਆ। ਸੁਖਰਾਜ ਜੀਜੂ ਨੇ ਮੈਨੂੰ ਸਮਝਾਇਆ ਹੈ ਕਿ ਹੌਲੀ ਹੌਲੀ ਮੇਰਾ ਦਿਲ ਲੱਗ ਜਾਏਗਾ ਤੇ ਹੁਣ ਤਾਂ ਮੈਂ ਕਾਲਜ ਵੀ ਚਲੀ ਜਾਇਆ ਕਰਨਾ ਤਾਂ ਕਿ ਮੈਂ ਬੋਰ ਨਹੀਂ ਹੋਵਾਂਗੀ। ਅਚਾਨਕ ਪ੍ਰੀਤੀ ਦੇ ਚਿਹਰੇ ਤੇ ਇਹ ਖੁਸ਼ੀ ਦੇਖ ਕੇ ਮੈਨੂੰ ਅਜੀਬ ਜਿਹਾ ਲੱਗਾ। ਹੁਣ ਤੱਕ ਤਾਂ ਉਹ ਬਹੁਤ ਪਰੇਸ਼ਾਨ ਸੀ, ਇੱਥੋਂ ਜਾਣਾ ਚਾਹੁੰਦੀ ਸੀ, ਪਰ ਅਚਾਨਕ ਉਹਨੂੰ ਕੀ ਹੋ ਗਿਆ ਕਿ ਉਹ ਇੰਨੀ ਖੁਸ਼ ਹੋ ਗਈ ਹੈ। ਮੈਨੂੰ ਉਹਦੀ ਖੁਸ਼ੀ ਬੁਰੀ ਨਹੀਂ ਸੀ ਲੱਗੀ, ਪਰ ਚੰਗੀ ਵੀ ਨਹੀਂ ਲੱਗੀ ਸੀ। ਇਹ ਸਭ ਦੇਖ ਕੇ ਹੁਣ ਪ੍ਰੀਤੀ ਦਾ ਇੱਥੇ ਰਹਿਣਾ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ।
ਅਗਲੀ ਸਵੇਰ ਮੈਂ ਪ੍ਰੀਤੀ ਨੂੰ ਕਿਹਾ ਕਿ ਪ੍ਰੀਤੀ, ਤੂੰ ਪਿੰਡ ਜਾਣਾ ਚਾਹੁੰਦੀ ਸੀ ਨਾ, ਤਾਂ ਮੈਂ ਗਵਾਂਢੀਆਂ ਦੀ ਚਾਚੀ ਨਾਲ ਗੱਲ ਕਰ ਲਈ ਹੈ, ਉਹ ਤੈਨੂੰ ਕੁਝ ਦਿਨ ਆਪਣੇ ਕੋਲ ਰੱਖ ਲਵੇਗੀ। ਪ੍ਰੀਤੀ ਨੇ ਮੇਰੀ ਗੱਲ ਨੂੰ ਕੱਟਦੇ ਹੋਏ ਕਿਹਾ, ਨਹੀਂ ਦੀਦੀ, ਹੁਣ ਮੈਨੂੰ ਇੱਥੇ ਬਹੁਤ ਚੰਗਾ ਲੱਗ ਰਿਹਾ ਹੈ, ਹੌਲੀ ਹੌਲੀ ਮੇਰਾ ਦਿਲ ਲੱਗ ਜਾਊਗਾ, ਪਰ ਮੈਂ ਚਾਹੁੰਦੀ ਸੀ ਕਿ ਕੁਝ ਦਿਨਾਂ ਲਈ ਪ੍ਰੀਤੀ ਇੱਥੋਂ ਚਲੀ ਜਾਵੇ ਤੇ ਕੁਝ ਦਿਨਾਂ ਬਾਅਦ ਮੈਂ ਉਹਦੇ ਲਈ ਕੋਈ ਮੁੰਡਾ ਦੇਖ ਕੇ ਉਹਦਾ ਵਿਆਹ ਕਰ ਦੇਵਾਂ। ਇਸ ਦੇ ਬਾਰੇ ਵਿੱਚ ਮੈਂ ਸੁਖਰਾਜ ਨਾਲ ਵੀ ਗੱਲ ਕੀਤੀ, ਪਰ ਸੁਖਰਾਜ ਮੈਨੂੰ ਗੁੱਸੇ ਹੋਣ ਲੱਗ ਪਏ ਤੇ ਕਹਿੰਦੇ, ਜਦੋਂ ਉਹ ਅੱਗੇ ਪੜ੍ਹਨਾ ਚਾਹੁੰਦੀ ਹੈ, ਇੱਥੇ ਰਹਿਣਾ ਵੀ ਚਾਹੁੰਦੀ ਹੈ, ਤੇ ਤੂੰ ਉਹਨੂੰ ਇੱਥੋਂ ਕਿਉਂ ਭੇਜਣਾ ਚਾਹੁੰਦੀ ਹੈ। ਸੁਖਰਾਜ ਦੀ ਇਸ ਗੱਲ ਤੇ ਮੈਂ ਚੁੱਪ ਹੋ ਗਈ, ਪਰ ਮੇਰੇ ਦਿਲ ਨੂੰ ਚੈਨ ਨਹੀਂ ਆ ਰਿਹਾ ਸੀ। ਮੈਂ ਚੁੱਪ ਤਾਂ ਹੋ ਗਈ ਸੀ, ਪਰ ਰਾਤ ਨੂੰ ਵਾਰ-ਵਾਰ ਉੱਠ ਕੇ ਪ੍ਰੀਤੀ ਦਾ ਕਮਰਾ ਦੇਖਦੀ। ਮੇਰੇ ਅੰਦਰ ਪਤਾ ਨਹੀਂ ਇੱਕ ਅਜੀਬ ਜਿਹੀ ਉਲਝਣ ਸੀ ਜੋ ਮੈਨੂੰ ਨਜ਼ਰ ਨਹੀਂ ਆ ਰਹੀ ਸੀ, ਪਰ ਮਹਿਸੂਸ ਹੋ ਰਹੀ ਸੀ। ਅਗਲੀ ਸਵੇਰ ਸੁਖਰਾਜ ਨੇ ਕਿਹਾ, ਪ੍ਰੀਤੀ ਨੂੰ ਕਾਲਜ ਮੈਂ ਛੱਡ ਦੇਵਾਂਗਾ। ਇਸ ਗੱਲ ਤੇ ਪ੍ਰੀਤੀ ਨੇ ਵੀ ਹਾਮੀ ਭਰ ਦਿੱਤੀ। ਉਹਨੇ ਕਿਹਾ, ਹਾਂ ਜੀਜੂ, ਤੁਸੀਂ ਸਹੀ ਕਿਹਾ, ਬੱਸ ਦੇ ਧੱਕੇ ਖਾਣ ਨਾਲੋਂ ਚੰਗਾ ਹੈ ਕਿ ਤੁਸੀਂ ਮੈਨੂੰ ਕਾਲਜ ਛੱਡ ਦੇਵੋ। ਸੁਖਰਾਜ ਪ੍ਰੀਤੀ ਨੂੰ ਕਾਲਜ ਹੀ ਨਹੀਂ ਛੱਡਦਾ ਸੀ, ਬਲਕਿ ਆਪਣੇ ਆਫਿਸ ਤੋਂ ਹਾਫ ਟਾਈਮ ਛੁੱਟੀ ਲੈ ਕੇ ਉਹਨੂੰ ਕਾਲਜ ਤੋਂ ਘਰ ਵੀ ਲੈ ਕੇ ਆਉਂਦਾ ਸੀ। ਉਹ ਅਚਾਨਕ ਪ੍ਰੀਤੀ ਦਾ ਬਹੁਤ ਖਿਆਲ ਰੱਖਣ ਲੱਗ ਪਿਆ ਸੀ। ਇਹ ਸਭ ਦੇਖ ਕੇ ਮੈਨੂੰ ਬਹੁਤ ਅਜੀਬ ਲੱਗਦਾ, ਪਰ ਮੈਂ ਚਾਹ ਕੇ ਵੀ ਕੁਝ ਬੋਲ ਨਹੀਂ ਸਕਦੀ ਸੀ, ਕਿਉਂਕਿ ਦੋਵੇਂ ਹੀ ਮੇਰੇ ਆਪਣੇ ਸੀ। ਜਦੋਂ ਤੱਕ ਮੈਂ ਆਪਣੀਆਂ ਅੱਖਾਂ ਨਾਲ ਕੁਝ ਨਾ ਦੇਖ ਲੈਂਦੀ, ਉਦੋਂ ਤੱਕ ਕਿਸੇ ਉੱਤੇ ਬੇਵਜ੍ਹਾ ਸ਼ੱਕ ਕਰਨਾ ਸਹੀ ਨਹੀਂ ਸੀ। ਇੱਕ ਦਿਨ ਬੈਠੇ ਬੈਠੇ ਮੈਂ ਸੁਖਰਾਜ ਨੂੰ ਆਫਿਸ ਵਿੱਚ ਫੋਨ ਲਾ ਦਿੱਤਾ ਤੇ ਉਧਰੋਂ ਜੋ ਖਬਰ ਮੈਨੂੰ ਪਤਾ ਲੱਗਾ, ਉਹਨੂੰ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ। ਹੁਣ ਤਾਂ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਸੀ। ਸੁਖਰਾਜ ਅੱਜ ਆਫਿਸ ਨਹੀਂ ਗਿਆ ਸੀ। ਆਖਿਰ ਕਿੱਥੇ ਗਿਆ ਸੀ? ਪ੍ਰੀਤੀ ਜਦੋਂ ਘਰ ਆਈ ਤਾਂ ਮੈਂ ਆਉਂਦੇ ਹੀ ਉਹਨੂੰ ਪੁੱਛਿਆ ਕਿ ਪ੍ਰੀਤੀ, ਸੱਚ-ਸੱਚ ਦੱਸ, ਤੇਰੇ ਤੇ ਸੁਖਰਾਜ ਦੇ ਵਿੱਚ ਆਖਿਰ ਚੱਲ ਕੀ ਰਿਹਾ ਹੈ? ਮੇਰੇ ਇਸ ਸਵਾਲ ਕਰਨ ਤੇ ਮੈਂ ਦੇਖਿਆ ਉਹਦੇ ਚਿਹਰੇ ਦਾ ਰੰਗ ਉੱਡ ਗਿਆ। ਡਰ ਦੇ ਮਾਰੇ ਉਹ ਘਬਰਾਉਣ ਲੱਗ ਪਈ ਤੇ ਕੁਝ ਦੇਰ ਬਾਅਦ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ। ਮੈਂ ਉਹਦੇ ਰੋਣ ਦਾ ਕਾਰਨ ਪੁੱਛਣ ਹੀ ਲੱਗੀ ਸੀ, ਉਦੋਂ ਹੀ ਅਚਾਨਕ ਘਰ ਦੇ ਦਰਵਾਜ਼ੇ ਤੇ ਕਿਸੇ ਨੇ ਦਸਤਕ ਦੇ ਦਿੱਤੀ। ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਸੁਖਰਾਜ ਖੜਾ ਸੀ ਤੇ ਉਹ ਬਹੁਤ ਗੁੱਸੇ ਵਿੱਚ ਸੀ। ਮੈਨੂੰ ਦੇਖਦੇ ਹੀ ਉਹਨੇ ਮੈਨੂੰ ਬਾਹੋਂ ਫੜਿਆ ਤੇ ਕਮਰੇ ਵਿੱਚ ਲੈ ਗਿਆ ਤੇ ਕਹਿਣ ਲੱਗਾ, ਤੂੰ ਕੌਣ ਹੁੰਨੀ ਹੈ? ਮੇਰੀ ਇਨਕੁਆਇਰੀ ਕਰਨ ਵਾਲੀ। ਤੂੰ ਮੇਰੇ ਆਫਿਸ ਫੋਨ ਕਿਉਂ ਕੀਤਾ? ਮੈਂ ਵੀ ਇਹ ਸਭ ਬਰਦਾਸ਼ਤ ਕਰਕੇ ਥੱਕ ਚੁੱਕੀ ਸੀ। ਮੈਂ ਵੀ ਗੁੱਸੇ 'ਚ ਕਿਹਾ ਕਿ ਤੁਸੀਂ ਆਫਿਸ ਦੇ ਬਹਾਨੇ ਜਾਂਦੇ ਕਿੱਥੇ ਹੋ? ਤਾਂ ਉਹ ਕਹਿਣ ਲੱਗਾ, ਜਿੱਥੇ ਮੇਰਾ ਦਿਲ ਕਰੇਗਾ ਉੱਥੇ ਜਾਵਾਂਗਾ। ਅੱਜ ਤੋਂ ਬਾਅਦ ਮੇਰੀ ਇਨਕੁਆਇਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਇਸ ਗੱਲ ਤੇ ਮੈਂ ਕਿਹਾ ਕਿ ਠੀਕ ਹੈ, ਜੋ ਜੀ ਆਉਂਦਾ ਉਹ ਕਰੋ। ਕੱਲ ਮੈਂ ਪ੍ਰੀਤੀ ਨੂੰ ਇੱਥੋਂ ਭੇਜ ਰਹੀ ਹਾਂ, ਹੁਣ ਇਹ ਇੱਥੇ ਨਹੀਂ ਰਹੇਗੀ। ਮੇਰੇ ਇੰਨੇ ਕਹਿਣ ਦੀ ਦੇਰ ਸੀ ਕਿ ਪ੍ਰੀਤੀ ਮੇਰੀਆਂ ਚੀਕਾਂ ਸੁਣ ਕੇ ਦਰਵਾਜ਼ਾ ਖੜਕਾ ਰਹੀ ਸੀ। ਸੁਖਰਾਜ ਨੇ ਪਹਿਲੀ ਵਾਰ ਮੇਰੇ ਤੇ ਹੱਥ ਚੁੱਕਿਆ ਸੀ। ਉਹ ਮੈਨੂੰ ਬਹੁਤ ਮਾਰ ਰਿਹਾ ਸੀ। ਫਿਰ ਉਹ ਮੇਰੇ ਬਾਲ ਫੜ ਕੇ ਕਹਿੰਦਾ, ਬਹੁਤ ਸ਼ੌਂਕ ਹੈ ਨਾ ਤੈਨੂੰ ਸੱਚ ਜਾਣਨ ਦਾ, ਤਾਂ ਸੁਣ ਲੈ, ਮੈਂ ਪ੍ਰੀਤੀ ਨਾਲ ਵਿਆਹ ਕਰਵਾਉਣ ਵਾਲਾ ਹਾਂ। ਫਿਰ ਦੇਖਦਾ ਹਾਂ ਤੂੰ ਉਹਨੂੰ ਇੱਥੋਂ ਕਿਵੇਂ ਭੇਜਦੀ ਹੈ। ਇਹ ਸਭ ਕਹਿਣ ਦੇ ਬਾਅਦ ਸੁਖਰਾਜ ਕਮਰੇ ਤੋਂ ਬਾਹਰ ਚਲਾ ਗਿਆ। ਮੇਰੇ ਕਮਰੇ ਦਾ ਦਰਵਾਜ਼ਾ ਬੰਦ ਸੀ। ਮੇਰੇ ਵਿੱਚ ਇੰਨੀ ਹਿੰਮਤ ਵੀ ਨਹੀਂ ਸੀ ਕਿ ਉੱਠ ਕੇ ਦਰਵਾਜ਼ਾ ਖੁਲਾਉਣ ਦੀ ਕੋਸ਼ਿਸ਼ ਕਰਾਂ। ਉਹ ਦੋਵੇਂ ਜਣੇ ਬਾਹਰ ਸੀ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ। ਸੁਖਰਾਜ ਨੇ ਅੱਜ ਮੈਨੂੰ ਇੰਨਾ ਮਾਰਿਆ ਸੀ ਕਿ ਮੇਰੇ ਚਿਹਰੇ ਉੱਤੇ ਸੱਟਾਂ ਦੇ ਨਿਸ਼ਾਨ ਸਾਫ਼ ਦਿਖ ਰਹੇ ਸੀ। ਉਹਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਉਹ ਤੇ ਪ੍ਰੀਤੀ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਤੇ ਵਿਆਹ ਵੀ ਕਰਵਾਉਣ ਵਾਲੇ ਨੇ। ਇਹ ਸਭ ਜਾਣਨ ਤੋਂ ਬਾਅਦ ਮੈਂ ਆਪਣੀ ਕਿਸਮਤ ਤੇ ਰੋ ਰਹੀ ਸੀ। ਮੇਰੀ ਆਪਣੀ ਸਕੀ ਭੈਣ ਨੇ ਹੀ ਮੇਰਾ ਘਰ ਬਰਬਾਦ ਕਰ ਦਿੱਤਾ ਸੀ। ਮੈਨੂੰ ਪੂਰੀ ਰਾਤ ਨੀਂਦ ਨਹੀਂ ਆਈ ਤੇ ਮੈਂ ਰੋਂਦੀ ਰਹੀ। ਸਵੇਰੇ 10 ਵਜੇ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ। ਪ੍ਰੀਤੀ ਮੇਰੇ ਕਮਰੇ 'ਚ ਆਈ। ਉਹਨੂੰ ਦੇਖ ਕੇ ਗੁੱਸੇ ਨਾਲ ਮੈਂ ਆਪਣਾ ਮੂੰਹ ਪਰੇ ਕਰ ਲਿਆ। ਉਹ ਮੇਰੇ ਕੋਲ ਆ ਕੇ ਬੈਠ ਗਈ ਤਾਂ ਮੈਂ ਉਹਦੇ ਵੱਲ ਗੁੱਸੇ ਨਾਲ ਦੇਖਿਆ ਤੇ ਕਿਹਾ ਕਿ ਤੂੰ ਮੇਰੀ ਭੈਣ ਆ ਕਿ ਡਾਇਨ? ਮੇਰਾ ਘਰ ਬਰਬਾਦ ਕਰਨ ਤੋਂ ਪਹਿਲਾਂ ਤੂੰ ਇੱਕ ਵਾਰ ਵੀ ਮੇਰੇ ਬਾਰੇ ਨਹੀਂ ਸੋਚਿਆ? ਐਦਾਂ ਦੀਆਂ ਹੁੰਦੀਆਂ ਨੇ ਭੈਣਾਂ ਜਿੱਦਾਂ ਦੀ ਤੂੰ ਹੈ।
ਮੇਰੀ ਗੱਲ ਸੁਣ ਕੇ ਉਹ ਉੱਚੀ ਉੱਚੀ ਰੋਣ ਲੱਗੀ। ਰੋਂਦੇ ਹੋਏ ਕਹਿਣ ਲੱਗੀ ਕਿ ਮੇਰਾ ਕੋਈ ਕਸੂਰ ਨਹੀਂ ਹੈ ਦੀਦੀ, ਮੈਂ ਤਾਂ ਪਿਛਲੇ ਕਈ ਮਹੀਨਿਆਂ ਤੋਂ ਇਹ ਸਭ ਨਾ ਚਾਹੁੰਦੇ ਹੋਏ ਵੀ ਬਰਦਾਸ਼ਤ ਕਰ ਰਹੀ ਹਾਂ, ਸਿਰਫ ਤੁਹਾਡੇ ਲਈ, ਤਾਂ ਕਿ ਤੁਹਾਡਾ ਘਰ ਨਾ ਟੁੱਟੇ। ਦੀਦੀ, ਮੈਂ ਜਦੋਂ ਦੀ ਇੱਥੇ ਆਈ ਸੀ, ਜੀਜਾ ਜੀ ਦੀਆਂ ਨਜ਼ਰਾਂ ਤੋਂ ਮੈਨੂੰ ਗੁੱਸਾ ਚੜ੍ਹਦਾ ਸੀ। ਫਿਰ ਮੈਨੂੰ ਲੱਗਣ ਲੱਗਾ ਰਾਤ ਨੂੰ ਮੇਰੇ ਕਮਰੇ ਦੀ ਖਿੜਕੀ ਤੋਂ ਕੋਈ ਮੈਨੂੰ ਦੇਖਦਾ ਏ। ਇੱਕ ਦਿਨ ਮੈਂ ਰਸੋਈ ਵਿੱਚ ਚਾਹ ਬਣਾ ਰਹੀ ਸੀ, ਉੱਥੇ ਜੀਜਾ ਜੀ ਪਿੱਛੇ ਆ ਗਏ ਤੇ ਮੈਨੂੰ ਡਰਾ ਦਿੱਤਾ। ਮੈਂ ਡਰ ਗਈ। ਫਿਰ ਉਹਨਾਂ ਨੇ ਕਿਹਾ ਮੈਂ ਤਾਂ ਮਜ਼ਾਕ ਕਰ ਰਿਹਾ ਸੀ, ਪਰ ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ। ਤੇਰੀ ਭੈਣ ਅਮਨ ਨੂੰ ਆਪਣੀ ਸਿਹਤ ਦਾ ਬਿਲਕੁਲ ਖਿਆਲ ਨਹੀਂ ਹੈ, ਇਸ ਕਰਕੇ ਮੈਂ ਉਹਦੇ ਲਈ ਇੱਕ ਤਾਕਤ ਦਾ ਪਾਊਡਰ ਲੈ ਕੇ ਆਇਆ ਹਾਂ। ਇਹ ਪਾਊਡਰ ਤੂੰ ਹਰ ਰੋਜ਼ ਉਹਦੇ ਦੁੱਧ ਵਿੱਚ ਮਿਲਾ ਕੇ ਦੇ ਦੇਵੀਂ, ਪਰ ਇਹ ਗੱਲ ਤੂੰ ਉਹਨੂੰ ਨਾ ਦੱਸੀ, ਨਹੀਂ ਤੇ ਉਹਨੇ ਇਹ ਦੁੱਧ ਨਹੀਂ ਪੀਣਾ। ਮੈਨੂੰ ਲੱਗਾ ਸ਼ਾਇਦ ਇਹ ਤਾਕਤ ਦਾ ਹੀ ਪਾਊਡਰ ਹੈ। ਉਸ ਦਿਨ ਤੋਂ ਮੈਂ ਉਹ ਪਾਊਡਰ ਤੁਹਾਨੂੰ ਦੁੱਧ ਵਿੱਚ ਮਿਲਾ ਕੇ ਦੇਣ ਲੱਗ ਗਈ ਤੇ ਤੁਸੀਂ ਗਹਿਰੀ ਨੀਂਦ ਵਿੱਚ ਸੌਂ ਜਾਂਦੇ ਸੀ। ਫਿਰ ਇੱਕ ਦਿਨ ਮੈਨੂੰ ਲੱਗਾ ਕਿ ਰਾਤ ਦੇ ਹਨੇਰੇ ਵਿੱਚ ਮੇਰੇ ਕਮਰੇ 'ਚ ਕੋਈ ਆਇਆ ਤੇ ਉਹਨੇ ਮੇਰਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਏ ਤੇ ਦਰਵਾਜ਼ੇ ਨੂੰ ਕੁੰਡੀ ਲਗਾ ਦਿੱਤੀ। ਇਹ ਸਭ ਦੇਖ ਕੇ ਮੈਂ ਘਬਰਾ ਗਈ ਤੇ ਜਲਦੀ ਨਾਲ ਕਮਰੇ ਦੀ ਲਾਈਟ ਔਨ ਕੀਤੀ ਤਾਂ ਦੇਖਿਆ ਜੀਜਾ ਜੀ ਮੇਰੇ ਕਮਰੇ ਵਿੱਚ ਸੀ। ਉਹਨਾਂ ਨੂੰ ਦੇਖ ਕੇ ਮੈਂ ਆਪਣੀ ਚੁੰਨੀ ਲੈਣ ਲੱਗੀ ਤਾਂ ਉਹਨਾਂ ਨੇ ਮੇਰੀ ਚੁੰਨੀ ਨੂੰ ਪਰੇ ਕਰਦਿਆਂ ਕਿਹਾ, ਮੇਰੇ ਤੋਂ ਕਿਉਂ ਘਬਰਾ ਰਹੀ ਹੈ, ਮੈਂ ਕੋਈ ਗੈਰ ਥੋੜ੍ਹਾ ਹਾਂ। ਉਹਨਾਂ ਦੀ ਇਹ ਹਰਕਤ ਦੇਖ ਕੇ ਮੈਂ ਡਰ ਗਈ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਵਕਤ ਮੇਰੇ ਕਮਰੇ ਵਿੱਚ ਕਿਉਂ ਆਏ ਹੋ। ਉਹ ਕਹਿਣ ਲੱਗੇ ਕੋਈ ਬੰਦਾ ਕਿਸੇ ਜਵਾਨ ਕੁੜੀ ਦੇ ਕਮਰੇ ਇਸ ਟਾਈਮ ਕਿਉਂ ਆਉਂਦਾ ਹੈ, ਤੂੰ ਇੰਨੀ ਨਾ ਸਮਝ ਥੋੜ੍ਹੀ ਹੈ। ਇਹ ਕਹਿੰਦੇ ਹੋਏ ਉਹ ਮੇਰੀ ਇੱਜ਼ਤ ਨੂੰ ਤਾਰ-ਤਾਰ ਕਰਨ ਲੱਗ ਗਏ। ਮੈਂ ਚੀਕਦੀ ਰਹੀ, ਚਲਾਉਂਦੀ ਰਹੀ, ਪਰ ਕਿਸੇ ਨੇ ਮੇਰੀ ਇੱਕ ਵੀ ਨਹੀਂ ਸੁਣੀ। ਮੇਰਾ ਸਭ ਕੁਝ ਲੁੱਟਣ ਤੋਂ ਬਾਅਦ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਕਿ ਜੇ ਇਹ ਸਭ ਮੈਂ ਕਿਸੇ ਨੂੰ ਦੱਸਿਆ ਤਾਂ ਉਹ ਤੁਹਾਨੂੰ ਵੀ ਤਲਾਕ ਦੇ ਦੇਣਗੇ। ਹੁਣ ਮੈਨੂੰ ਆਪਣੀ ਪਰਵਾਹ ਨਹੀਂ ਸੀ, ਕਿਉਂਕਿ ਮੇਰਾ ਤਾਂ ਸਭ ਕੁਝ ਖਤਮ ਹੋ ਚੁੱਕਿਆ ਸੀ। ਪਰਵਾਹ ਸੀ ਤੇ ਸਿਰਫ ਤੁਹਾਡੀ, ਕਿਉਂਕਿ ਕੁਝ ਮਹੀਨੇ ਪਹਿਲਾਂ ਤੁਸੀਂ ਦੱਸਿਆ ਸੀ ਕਿ ਤੁਸੀਂ ਪ੍ਰੈਗਨੈਂਟ ਹੋ। ਮੈਂ ਤੁਹਾਡੇ ਤੇ ਤੁਹਾਡੇ ਪੇਟ ਵਿੱਚ ਪਲ ਰਹੇ ਬੱਚੇ ਦੀ ਖਾਤਰ ਚੁੱਪ ਸੀ, ਪਰ ਜਦੋਂ ਮੈਂ ਦੇਖਿਆ ਕਿ ਇਹ ਤਾਂ ਸਭ ਕੁਝ ਬਰਬਾਦ ਹੋ ਜਾਏਗਾ, ਹੁਣ ਕੁਝ ਨਹੀਂ ਬਚੇਗਾ, ਇਸ ਕਰਕੇ ਮਜਬੂਰਨ ਮੈਨੂੰ ਇਹ ਸਾਰਾ ਕੁਝ ਤੁਹਾਨੂੰ ਦੱਸਣਾ ਪਿਆ। ਦੀਦੀ, ਹੁਣ ਤੁਸੀਂ ਹੀ ਦੱਸੋ ਇਸ ਵਿੱਚ ਮੇਰਾ ਕੀ ਕਸੂਰ ਹੈ? ਬਸ ਕਸੂਰ ਹੈ ਇੱਕ ਕੁੜੀ ਹੋਣ ਦਾ, ਉਹ ਵੀ ਇੱਕ ਅਨਾਥ, ਜਿਸ ਦੇ ਮਾਂ-ਬਾਪ ਹੁਣ ਇਸ ਦੁਨੀਆ ਵਿੱਚ ਨਹੀਂ ਨੇ। ਦੀਦੀ, ਮੈਨੂੰ ਉਸ ਹੈਵਾਨ ਤੋਂ ਬਚਾ ਲਵੋ। ਮੈਨੂੰ ਉਹਦੇ ਨਾਲ ਵਿਆਹ ਨਹੀਂ ਕਰਵਾਉਣਾ, ਪਰ ਉਹ ਮੇਰੇ ਨਾਲ ਜ਼ਬਰਦਸਤੀ ਕਰ ਰਿਹਾ ਹੈ। ਇਹ ਸਭ ਕਹਿਣ ਤੋਂ ਬਾਅਦ ਮੇਰੀ ਭੈਣ ਪ੍ਰੀਤੀ ਉੱਚੀ ਉੱਚੀ ਰੋਣ ਲੱਗ ਪਈ। ਮੈਂ ਵੀ ਉਹਦੇ ਗਲ ਲੱਗ ਕੇ ਬਹੁਤ ਰੋਈ। ਵਿਆਹ ਦੇ 3 ਸਾਲ ਉਸ ਘਟੀਆ ਇਨਸਾਨ ਨਾਲ ਰਹਿੰਦੇ ਹੋਏ ਵੀ ਮੈਂ ਉਹਨੂੰ ਪਹਿਚਾਨ ਨਹੀਂ ਪਾਈ ਸੀ, ਪਰ ਅੱਜ ਜਦੋਂ ਮੇਰੇ ਮਾਂ-ਪਿਓ ਇਸ ਦੁਨੀਆ ਵਿੱਚ ਨਹੀਂ ਸੀ ਤਾਂ ਉਸ ਨੇ ਮੇਰੀ ਭੈਣ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਤੇ ਸਾਡੀ ਦੋਵਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। 6 ਮਹੀਨਿਆਂ ਤੋਂ ਜੋ ਤਕਲੀਫ ਮੇਰੀ ਭੈਣ ਬਰਦਾਸ਼ਤ ਕਰ ਰਹੀ ਸੀ, ਉਹ ਸ਼ਾਇਦ ਮੇਰੀ ਤਕਲੀਫ ਤੋਂ ਕਈ ਗੁਣਾ ਜ਼ਿਆਦਾ ਸੀ, ਪਰ ਹੁਣ ਮੈਂ ਚੁੱਪ ਰਹਿਣ ਵਾਲਿਆਂ 'ਚੋਂ ਨਹੀਂ ਸੀ, ਕਿਉਂਕਿ ਇਹ ਤਾਂ ਸਾਡੇ ਦੋਵੇਂ ਭੈਣਾਂ ਦੇ ਨਾਲ ਬਹੁਤ ਵੱਡਾ ਗੁਨਾਹ ਹੋਇਆ ਸੀ। ਇਸ ਕਰਕੇ ਮੈਂ ਪੁਲਿਸ ਨੂੰ ਫੋਨ ਲਾਇਆ ਤੇ ਸਾਰੀ ਗੱਲ ਦੱਸੀ। ਪੁਲਿਸ ਆਈ ਤੇ ਸੁਖਰਾਜ ਨੂੰ ਫੜ ਕੇ ਲੈ ਗਈ। ਕੁਝ ਦੇਰ ਬਾਅਦ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ। ਮੈਂ ਆਪਣੇ ਬੇਟੇ ਉੱਤੇ ਸੁਖਰਾਜ ਵਰਗੇ ਬੰਦੇ ਦਾ ਪਰਛਾਵਾਂ ਵੀ ਨਹੀਂ ਪੈਣ ਦੇਣਾ ਚਾਹੁੰਦੀ ਸੀ। ਕੁਝ ਦਿਨ ਬਾਅਦ ਮੈਂ ਸੁਖਰਾਜ ਤੋਂ ਤਲਾਕ ਲੈ ਲਿਆ। ਅੱਜ ਮੈਂ ਆਪਣੀ ਛੋਟੀ ਭੈਣ ਨਾਲ ਉਹਦੇ ਰਿਸ਼ਤੇ ਦੀ ਗੱਲ ਕੀਤੀ, ਪਰ ਉਹਨੂੰ ਵਿਆਹ ਨਾਮ ਤੋਂ ਨਫ਼ਰਤ ਹੋ ਗਈ ਹੈ। ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਸੱਚ ਹੀ ਕਹਿੰਦੇ ਨੇ, ਜਦੋਂ ਆਪਣੇ ਮਾਂ-ਪਿਓ ਇਸ ਦੁਨੀਆ ਵਿੱਚ ਨਹੀਂ ਹੁੰਦੇ ਤਾਂ ਇਹ ਦੁਨੀਆ ਆਪਣਾ ਰੰਗ ਰੂਪ ਦਿਖਾ ਹੀ ਦਿੰਦੀ ਹੈ। ਬਹੁਤ ਬਹੁਤ ਧੰਨਵਾਦ ਦੋਸਤੋ। ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ।